बिस्मिल्लाहिर्रहमानिर्रहीम सल्लल्लाहु अला हबीबिही मुहम्मद अलैहि वसल्लम। दोस्तों, ਅਸੀਂ ਤੁਹਾਡੇ ਨਾਲ ਅੱਜ ਇੱਕ ਨੁਸਖਾ ਸ਼ੇਅਰ ਕਰ ਰਹੇ ਹਾਂ ਬਵਾਸੀਰ ਦੇ ਮੁਤਲਕ। ਇਹ ਜਿਹੜੀ ਆਮ ਬਹੁਤ ਜ਼ਿਆਦਾ ਬਲਕਿ ਮਰੀਜ਼ ਨੇ, ਬੜੀ ਤਕਲੀਫ ਹੈ, ਬੜੀ ਜ਼ਲੀਲ ਜਿਹੀ ਮਰਜ਼ ਹੈ ਕਿ ਬੰਦੇ ਨੂੰ ਬੜਾ ਪਰੇਸ਼ਾਨ ਕਰਦੀ। ਬੰਦੇ ਦੇ ਕੱਪੜੇ ਭਰੇ ਰਹਿੰਦੇ ਨੇ। ਕਈਆਂ ਦੇ ਅਸਾਂ ਜ਼ਿੰਦਗੀ 'ਚ ਵੇਖਿਆ ਕਿ ਜਿਵੇਂ ਬੀਬੀ ਨੂੰ ਤਰੀਖ ਆਈ ਹੋਵੇ ਤੇ ਉਹਦੇ ਨਹੀਂ ਕੱਪੜੇ ਭਰ ਕਰ ਦਿੰਦੇ, ਕਈ ਵਾਰ ਖੂਨ ਜੋ ਉਸ ਤਰ੍ਹਾਂ ਲੱਗ ਜਾਵੇ। ਇਸ ਤਰ੍ਹਾਂ ਇਹਦੇ ਨਾਲ ਨਾ ਬੰਦੇ ਦੇ ਕੱਪੜੇ ਜਿਹੜੇ ਨੇ ਉਹਨਾਂ ਦਾਗ ਵੀ ਲੱਗਦਾ ਰਹਿੰਦਾ, ਖੂਨ ਰਸਦਾ ਰਹਿੰਦਾ। ਇਹ ਲੱਗਦੀ ਕਿੱਥੋਂ ਇਹ ਮਰਜ਼? ਇਹ ਦੋਸਤੋ, ਇਹ ਮਰਜ਼ ਹੋਣ ਦਾ ਕਿਵੇਂ ਤਰੀਕਾ ਹੈ? ਅਸਾਂ ਇਹਨੂੰ ਇਹ ਵੇਖਿਆ ਕਿ ਪਹਿਲੇ ਨੰਬਰ ਦੇ ਉੱਤੇ ਤੇ ਉਹਦੇ ਬੰਦੇ ਦੇ ਮਾਂ ਨੂੰ ਜਾਂ ਬਾਪ ਇਹ ਹੋਵੇਗੀ ਤੇ ਅੱਗੋਂ ਔਲਾਦ 'ਚ ਵੀ ਆ ਜਾਏ। ਜੇ ਖਾਮਦ ਨੂੰ ਹੈ ਤੇ ਉਹਦੀ ਬੀਵੀ ਨੂੰ ਹੋ ਜਾਏਗੀ, ਜੇ ਬੀਵੀ ਨੂੰ ਤਾਂ ਉਹਦੇ ਖਾਮਦ ਨੂੰ ਵੀ ਹੋ ਜਾਏਗੀ। ਇਹ ਮਰਜ਼ ਇਸ ਤਰ੍ਹਾਂ ਇੱਕ ਤੋਂ ਦੂਜੇ ਨੂੰ ਵੀ ਇਹ ਲੱਗਦੀ ਹੈ। ਠੀਕ ਹੈ ਜੀ। ਲਿਹਾਜ਼ਾ ਜੇ ਕਿਸੇ ਦੇ ਮਾਈ ਬਾਪ ਨੂੰ ਨਹੀਂ, ਕਿਸੇ ਨੂੰ ਵੀ ਨਹੀਂ, ਤੇ ਉਹਨੂੰ ਇਹ ਮਰਜ਼ ਲੱਗੀ ਹੈ ਤੇ ਫਿਰ ਉਹਦੇ ਖਾਣ ਪੀਣ ਤੋਂ ਲੱਗੀ। ਕਈ ਨਹੀਂ ਉਹ ਗਰਮ ਖੁਸ਼ਕ ਕਰਾਰੀਆਂ ਚੀਜ਼ਾਂ ਮਜ਼ੇਦਾਰ ਖਾਂਦਾ ਰਿਹਾ, ਸਰਦ ਖੁਸ਼ਕ ਮਜ਼ਾਜ ਦੀਆਂ ਮਜ਼ੇਦਾਰ ਕਰਾਰੀਆਂ ਚੀਜ਼ਾਂ, ਉਹਦੀ ਮਜਬੂਰੀ ਹੈ, ਉਹਦੇ ਘਰ ਪੱਕਦਾ ਹੈ ਕੁਛ, ਉਹ ਕਰਾਰੀਆਂ ਚੀਜ਼ਾਂ ਖਾ ਕੇ ਉਸ ਬੰਦੇ ਨੂੰ ਸਰਦ ਖੁਸ਼ਕ ਆਲੂ ਗੋਭੀ, ਆਲੂ ਮਟਰ, ਆਲੂ ਬਤਾਉ, ਚਾਵਲ, ਦਹੀਂ, ਉਹ ਕਈ ਬੰਦੇ ਫਿਰ ਕਬਜ਼ ਹੋਣ ਲੱਗ ਪੈਂਦੀ। ਸਰਦ ਖੁਸ਼ਕ ਮਜ਼ਾਜ ਹੁੰਦਾ ਤੇ ਉਹਨਾਂ ਨੂੰ ਕਬਜ਼ ਹੋਣ ਲੱਗ ਪੈਂਦੀ। ਤੇ ਜਦੋਂ ਇਨਸਾਨ ਨੂੰ ਕਬਜ਼ ਰਹਿਣੀ ਸ਼ੁਰੂ ਹੋ ਗਈ, ਉਹਨੂੰ ਪਖਾਨਾ ਹੀ ਨਾ ਖੁੱਲ ਕੇ ਆਵੇ। ਜਿਸ ਵੇਲੇ ਉਹ ਲੈਟਰੀਨ 'ਚ ਜਾਏ, ਉਹਨੂੰ ਪਖਾਨਾ ਖੁੱਲ ਕੇ ਆਉਣਾ ਹੀ ਨਹੀਂ। ਜਿੰਨਾ ਕੋ ਆ ਲਿਆ ਕਰ ਉੱਠ ਕੇ ਤੇ ਉਹਨੇ ਹੱਥ ਧੋਣੇ 'ਚ ਚਲੇ ਜਾਣਾ। ਲਿਆ ਉਹ ਗਲਾਜ਼ਤ ਤੇ ਉਹਦੇ ਅੰਦਰ ਠਹਿਰ ਗਈ, ਗਲਾਜ਼ਤ ਤੇ ਉਹਦੇ ਅੰਦਰ ਰਹੀ। ਇਸ ਤਰ੍ਹਾਂ ਠਹਿਰਦਿਆਂ ਇਹ ਵੀ ਇੱਕ ਮਰਜ਼ ਬਣ ਜਾਂਦੀ ਹੈ। ਇੱਥੋਂ ਵੀ ਨਸੂਰ ਪੈਦਾ ਹੋ ਜਾਂਦਾ ਕਿ ਉਹ ਮੌਕੇ ਬਣਨੇ 'ਚ ਬਵਾਸੀਰ ਇੱਥੋਂ ਵੀ ਬੰਦੇ ਨੂੰ ਹੋ ਜਾਂਦੀ। ਇਹ ਯਾਨੀ ਕਿ ਕਬਜ਼ ਸਭ ਤੋਂ ਬੜੀ ਮੂਜ਼ੀ ਮਰਜ਼ ਹੈ। ਇਹਦੀ ਵਜ੍ਹਾ ਤੋਂ ਵੀ ਅਕਸਰ ਲੋਕਾਂ ਨੂੰ ਇਹ ਨਸੂਰ ਬਣ ਜਾਂਦਾ, ਮੌਕੇ ਮੱਸੇ ਦੇ ਬਣ ਜਾਂਦੇ ਨੇ। ਉਹ ਜੇ ਭਰ ਕਰਦੇ ਨੇ ਤੇ ਖੂਨ ਵਿੱਚੋਂ ਵਗਣ ਲੱਗ ਪੈਂਦੇ। ਕਈਆਂ ਨੂੰ ਬਾਦੀ ਦੇ ਵੀ ਹੁੰਦੇ ਨੇ, ਉਹਨਾਂ ਨੂੰ ਖਾਰਸ਼ ਬੜੀ ਹੁੰਦੀ ਹੈ, ਸੂਈਆਂ ਚੁੱਭਦੀਆਂ, ਜਿਵੇਂ ਲੂਹਾ ਲੱਗ ਜਾਂਦਾ। ਇਸ ਤਰ੍ਹਾਂ ਕਰਕੇ ਇਹਦੀਆਂ 2 3 4 ਮਰਜ਼ਾਂ ਨੇ, ਇਹ ਕਿਸਮਾਂ ਨੇ। ਇਹ ਬੜੇ ਬੰਦੇ ਲੋਕ ਇਹਦੇ ਨਾਲ ਪਰੇਸ਼ਾਨ ਹੋ ਜਾਂਦੇ ਨੇ। ਬੀਬੀ ਇਹ ਬੰਦਾ ਇਹ ਬੜੀ ਮੌਜ਼ੀ ਮਰਜ਼ ਹੈ, ਅੱਲਾਹ ਕਰਕੇ ਦੁਸ਼ਮਣ ਨੂੰ ਵੀ ਨਾ ਲੱਗੇ। ਤੇ ਬੰਦੇ ਨੂੰ ਨਾਰਮਲ ਖੁਰਾਕ ਖਾਣੀ ਚਾਹੀਦੀ। ਨਾਰਮਲ ਖੁਰਾਕ ਜਿਹੜੀ ਹੈ ਨਾ, ਉਹ ਹੀ ਅੱਛੀ ਹੈ ਜਿਸ ਨਾਲ ਇਨਸਾਨ ਨੂੰ ਕਬਜ਼ ਨਾ ਹੋਵੇ। ਅਗਰ ਉਹਨੇ ਠੰਡੀ ਖਾ ਲਈ ਤੇ ਉਸ ਤੋਂ ਬਾਅਦ ਉਹਨੂੰ ਗਰਮ ਖਾਣੀ ਚਾਹੀਦੀ। ਜੇ ਉਹਨੇ ਗਰਮ ਜ਼ਿਆਦਾ ਖਾ ਲਈ ਤੇ ਉਸ ਤੋਂ ਬਾਅਦ ਨਾਰਮਲ ਮੋਅਤਦਲ ਵੀ ਖੁਰਾਕ ਖਾਵੇ ਤਾਂ ਕਿ ਉਹਨੂੰ ਕਬਜ਼ ਨਾ ਹੋ ਸਕੇ। ਉਹਦਾ ਪਖਾਨਾ ਉਹਨੂੰ ਹੁੰਦਾ ਰਹਿਣਾ ਚਾਹੀਦਾ। ਇਹਦਾ ਦੋਸਤੋ ਇਲਾਜ ਅਸੀਂ ਬਿਆਨ ਕਰ ਰਹੇ ਹਾਂ ਤੁਹਾਡੇ ਅੱਗੇ। ਬੜਾ ਬਿਹਤਰੀਨ, ਬੜਾ ਆਲਾ ਨੁਸਖਤ ਜਿਹਾ ਇਲਾਜ ਹੈ ਤੇ ਬੜਾ ਕਾਮਯਾਬ ਇਲਾਜ ਹੈ। ਇਲਾਜ ਇਹਦਾ ਇਹ ਵੇ ਕਿ ਨਿੰਮ ਦਾ ਦਰਖਤ ਹੈ, ਆਮ ਅੱਲਾਹ ਪਾਕ ਨੇ ਪੈਦਾ ਕੀਤਾ। ਹਰ ਕਈਆਂ ਘਰਾਂ 'ਚ ਲੱਗੇ ਨੇ, ਡੇਰਿਆਂ 'ਤੇ ਲੱਗੇ ਨੇ। ਇਹਦੇ ਪੱਤੇ ਲੈ ਲਓ, ਯਾਨੀ ਹਮ ਵਜ਼ਨ ਇਹਦੇ ਪੱਤੇ, ਇਹਦੇ ਸੱਕ, ਇਹਦਾ ਫਲ, ਮਮੂਲੀਆਂ, ਸੁੱਕੀਆਂ ਮਮੂਲੀਆਂ ਥੱਲੇ ਇਕੱਠੀਆਂ ਕਰ ਲਓ। ਤੇ ਇਹ ਕੋਈ ਜੜ੍ਹਾਂ ਬਰੀਕ ਇਹਦੀਆਂ ਲੱਭ ਜਾਣ, ਥੱਲੇ ਪੋਟਲੀ ਦੀਆਂ ਕੋਈ ਜੜ੍ਹਾਂ। ਇਹ 4 ਇਹਦੇ ਜੁਜ਼ ਨੇ, ਯਾਨੀ ਜੜ੍ਹਾਂ, ਸੱਕ, ਪੱਤੇ ਤੇ ਇਹਦਾ ਫਲ। ਜਿਹੜੀ ਉਹਦਾ ਮਮੂਲੀ ਵੀ ਅਸੀਂ ਉਹਨੂੰ ਆਉਂਦੇ ਹਾਂ ਮਮੂਲੀ। ਤੇ ਉਹ ਥੱਲੇ ਕਿਰੀਆਂ ਹੁੰਦੀਆਂ ਨੇ, ਥੱਲੇ ਮਾਂਜੇ ਨੂੰ ਇਕੱਠਾ ਕਰ ਲਓ, ਸਾਰਾ ਇਕੱਠਾ ਹੋ ਜਾਂਦਾ। ਯਾਨੀ ਕਿ ਹਮ ਵਜ਼ਨ ਇਹ 4 ਚੀਜ਼ਾਂ ਤੁਸੀਂ ਲੈ ਸਕਦੇ ਹੋ। ਇਹ ਹਮ ਵਜ਼ਨ 4 ਚੀਜ਼ਾਂ ਲੈ ਕੇ ਇਹਨਾਂ ਨੂੰ ਤੁਸੀਂ ਕਿਸੇ ਕੜਾਹੀ ਦੇ ਵਿੱਚ ਪਾ ਦਿਓ। ਉਹਦੇ ਵਿੱਚ ਪਾਣੀ ਇੰਨਾ ਕੁ ਪਾਓ ਜਿਹਦੇ ਵਿੱਚ ਉਹ ਡੁੱਬ ਜਾਣ, ਯਾਨੀ ਉਹਦੇ ਵਿੱਚ ਉਹ ਭਿੱਜ ਜਾਣ, ਡੁੱਬ ਜਾਣ ਉਹ ਚੀਜ਼ਾਂ ਵਿੱਚ ਰਹਿਣ। ਰਿੰਨ ਦਿਓ ਉਹਨੂੰ, ਪਾਣੀ ਨੂੰ ਫਿਰ ਰਿੰਨਣਾ ਸ਼ੁਰੂ ਕਰ ਦਿਓ। ਉਹਨੂੰ ਰਿੱਝਦਾ ਰਹਿਣ ਦਿਓ, ਇੰਨਾ ਕੁ ਰਿੰਨੋ ਕਿ ਜਿਹੜਾ ਉਹਦੇ ਵਿੱਚ ਅਸਰ ਨਿਕਲ ਜਾਏ। ਜਦੋਂ ਵੇਖੋਗੇ ਇਹਦੇ 'ਚ ਅਸਰ ਅੱਛੇ ਤਰੀਕੇ ਨਾਲ ਇਹਨਾਂ ਦਾ ਨਿਕਲ ਗਿਆ, ਅੱਗ ਨੂੰ ਬੰਦ ਕਰ ਦਿਓ। ਪਰ ਚੰਗਾ ਅੱਛੇ ਖੂਬ ਇਹਨੂੰ ਯਾਨੀ ਕਿ ਕਾੜੋ, ਥੋੜ੍ਹੀ ਅੱਗ ਨਾਲ ਤੋਂ ਜ਼ਿਆਦਾ ਦੇ ਦਿਓ। ਉਸ ਤੋਂ ਬਾਅਦ ਫਿਰ ਉਹ ਜਦੋਂ ਠੰਡਾ ਹੋ ਜਾਏ ਤਾਂ ਉਹਨੂੰ ਮਲੋ, ਹੱਥਾਂ ਦੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਲੋ ਇਸ ਕਦਰ ਮਲੋ ਕਿ ਉਹਦਾ ਅਸਰ ਜ਼ਿਆਦਾ ਤੋਂ ਜ਼ਿਆਦਾ ਉਸ ਪਾਣੀ ਦੇ ਵਿੱਚ ਨਿਕਲ ਜਾਏ। ਔਰ ਉਸ ਤੋਂ ਬਾਅਦ ਉਹ ਹੱਥਾਂ ਦੇ ਨਾਲ ਨਿਚੋੜ ਕੇ ਉਹ ਚੀਜ਼ਾਂ ਬਾਹਰ ਸੁੱਟ ਦਿਓ। ਸਾਫ਼ ਕਰ ਲਓ ਉਹਨੂੰ, ਜਾਂ ਪੁਣ ਲਓ ਕੱਪੜੇ ਨਾਲ, ਜਾਂ ਛਾਣੀ ਨਾਲ, ਜਾਂ ਉਹ ਚੀਜ਼ਾਂ ਹੱਥਾਂ ਨਾਲ ਫੜ ਕੇ ਬਾਹਰ ਸੁੱਟ ਦਿਓ। ਉਹਨੂੰ ਫਿਰ ਤੁਸੀਂ ਕਾੜੋ। ਉਹ ਜਦੋਂ ਸੁੱਕ ਜਾਏ, ਪਾਣੀ ਖੁਸ਼ਕ ਹੋ ਜਾਏਗਾ, ਉਹ ਇੱਕ ਗਾਰਾ ਜੇ ਮਨਿੰਦ ਤੁਹਾਨੂੰ ਵਿੱਚੋਂ ਮਹਿਸੂਸ ਹੋ ਜਾਏਗੀ। ਉਹਨੂੰ ਖੁਸ਼ਕ ਇੰਨਾ ਕੁ ਕਰੋ ਜਿਸ 'ਚੋਂ ਗੋਲੀ ਬਣ ਜਾਏ, ਨੌ ਦੇ ਬਰਾਬਰ, ਯਾਨੀ ਕਿ ਇਹ ਕਾਲੇ ਚਨੇ ਦੇ ਬਰਾਬਰ, ਮੋਟੇ ਕਾਲੇ ਚਨੇ ਦੇ ਬਰਾਬਰ, ਯਾਨੀ ਕਿ ਹੋ ਜਾਣੀ ਚਾਹੀਦੀ। ਉਹ ਗੋਲੀਆਂ ਬਣਾ ਲਓ
ਉਹ ਸਵੇਰ ਦੁਪਹਿਰ ਸ਼ਾਮ ਉਹ ਗੋਲੀਆਂ ਖਾਓ। ਅੱਲਾ ਦੇ ਫਜ਼ਲ ਨਾਲ ਇਹ ਮਰਜ਼ ਤੁਹਾਡੀ ਖਤਮ ਹੋ ਜਾਏਗੀ, ਇਹ ਮਰਜ਼ ਨਹੀਂ ਰਹੇਗੀ। ਔਰ ਉਸ ਬੰਦੇ ਨੂੰ, ਬਵਾਸੀਰ ਵਾਲੇ ਮਰੀਜ਼ ਨੂੰ, ਰੋਜ਼ਾਨਾ 1 ਚਮਚਾ ਬਦਾਮ ਰੋਗਨ ਵੀ ਪੀਣਾ ਚਾਹੀਦਾ, ਤਾਂ ਕਿ ਉਹਨੂੰ ਪਖਾਨਾ ਖੁੱਲ ਕੇ ਹੁੰਦਾ ਰਹੇਗਾ। ਦੁੱਧ ਗਾਏ ਦਾ ਲਵੇ 1 ਪਾਈਆ, ਉਹਦੇ ਵਿੱਚ 1 ਚਮਚਾ ਬਦਾਮ ਰੋਗਨ ਪਾਵੇ ਔਰ ਉਹ ਪੀ ਲਵੇ ਕਰੇ ਸੌਣ ਲੱਗਿਆ। ਇਨਸ਼ਾਅੱਲਾ ਇੱਕ ਤੇ ਉਹਨੂੰ ਕਬਜ਼ ਨਹੀਂ ਰਵੇਗੀ, ਦੂਜੇ ਨੰਬਰ ਤੇ ਉਹਦੀ ਬਵਾਸੀਰ ਤੇ ਮਸੇ ਕਿਸੇ ਕਿਸਮ ਦੀ ਬਵਾਸੀਰ ਖਤਮ ਹੋ ਜਾਏਗੀ। ਅੱਲਾ ਦੀ ਰਹਿਮਤ ਨਾਲ ਬੜਾ ਮੁਜਰਬ ਨੁਸਖਾ ਔਰ ਬੜੇ ਮਰੀਜ਼ਾਂ ਨੂੰ ਇਹਦੇ ਨਾਲ ਸ਼ਫਾ ਹੋਈ ਜੇ। ਤੇ ਇਹਨੂੰ ਜ਼ਰੂਰ ਕਰੋ। ਔਰ ਇਸ ਕਈਆਂ ਸਾਨੂੰ ਇਹ ਫੋਨ ਦੇ ਉੱਤੇ ਬਾਤ ਆਈ ਹੈ ਕਿ ਸਾਨੂੰ ਬਵਾਸੀਰ ਦਾ ਨੁਸਖਾ ਦੱਸੋ। ਲੋ ਇਹ ਬੂਟੀ ਹੈ, ਖੁਦਾਵੰਦ ਕਰੀਮ ਦੀ ਪੈਦਾ ਕੀਤੀ ਔਰ ਇਹਦੇ 'ਚ ਬੜਾ ਅਸਰ, ਔਰ ਇਹ ਤੁਸੀਂ ਬਣਾ ਕੇ ਇਸਤੇਮਾਲ ਕਰੋ, ਅੱਲਾਹ ਪਾਕ ਤੁਹਾਨੂੰ ਫੈਜ਼ ਦੇਗਾ। ਇਹ ਬਹੁਤ ਹੀ ਇਫੈਕਟਿਵ ਨੁਸਖਾ ਹੈ ਬਵਾਸੀਰ ਵਾਸਤੇ। ਲਿਹਾਜ਼ਾ ਹੱਥ ਵਿੱਚ ਨੰਬਰ ਦਿੱਤਾ, ਅਗਰ ਕੋਈ ਮਸ਼ਵਰਾ ਜਾਂ ਕੋਈ ਬਾਤ ਕਰਨੀ ਹੋਵੇ ਸਾਡਾ ਰਾਬਤਾ ਕਰ ਸਕਦੇ ਹੋ। और साढ़े चैनल नाल प्यार करो। इंशाअल्लाह आपकी ज़िंदगी में नखार पैदा हो।